ਪਹਿਲਾਂ ਤਾਂ ਸਾਰੇ ਮੀਡੀਆ ਦੇ ਦੋਸਤਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ। ਇਹ ਕਿਸਾਨ ਅੰਦੋਲਨ ਬਹੁਤ ਲੰਬੇ ਸਮੇਂ ਤੋਂ ਅਸਲ 'ਚ ਤਾਂ ਤੁਸੀਂ ਦੇਖਿਆ ਪਿਛਲਾ ਸਾਰਾ ਸਾਲ ਹੀ ਅੰਦੋਲਨ ਦੇ ਵਿੱਚ ਲੰਘਿਆ। ਉਸ ਤੋਂ ਬਾਅਦ ਬਹੁਤ ਸਰਗਰਮੀ ਨਾਲ ਆਮ ਲੋਕਾਂ ਦੀ ਪਾਰਟਿਸਪੇਸ਼ਨ ਇਹਦੇ 'ਚ ਹੋ ਕੇ ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਇਸ ਅੰਦੋਲਨ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਦੁਨੀਆ ਦੇ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ। ਇੱਕ ਤਾਂ ਸਭ ਤੋਂ ਵੱਧ ਪੀਸਫੁਲ ਅੰਦੋਲਨ ਰਿਹਾ, ਸਭ ਤੋਂ ਲੰਬਾ ਸਮਾਂ ਅੰਦੋਲਨ ਰਿਹਾ ਔਰ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਰਿਹਾ। ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ, ਹਰ ਸ਼ਹਿਰੀ ਦਾ ਅੰਦੋਲਨ ਬਣ ਗਿਆ। ਅੱਜ ਇਹ ਜਨ ਅੰਦੋਲਨ ਹੈ। ਅਸੀਂ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਆਲੇ ਦੁਆਲੇ ਨਾਕਿਆਂ ਤੇ ਜਿੱਥੇ ਸਾਨੂੰ ਰੋਕਿਆ ਗਿਆ ਉੱਥੇ ਬੈਠੇ ਹਾਂ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਅੱਜ ਵੀ ਸ਼ਾਂਤਮਈ ਤਰੀਕੇ ਨਾਲ ਉਹ ਅੰਦੋਲਨ ਚੱਲ ਰਿਹਾ। ਇਸ ਵੇਲੇ ਜਿਹੜੀ 26 ਜਨਵਰੀ ਦੀ ਘਟਨਾ ਸੀ, ਜੋ ਹੋਇਆ ਮੰਦਭਾਗਾ ਹੋਇਆ, ਉਹਦੇ ਬਾਵਜੂਦ ਹੁਣ ਫੇਰ ਦੁਬਾਰਾ ਅੰਦੋਲਨ ਆਪਣੇ ਜੋਬਨ ਤੇ ਹੈ। ਸਾਰੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਵਿੱਚ, ਹਰਿਆਣੇ ਦੇ ਲੋਕਾਂ ਦੀ, ਹੁਣ यूपी ਦੇ ਲੋਕਾਂ ਦੀ, ਪੰਜਾਬ, ਰਾਜਸਥਾਨ, ਉੱਤਰਾਖੰਡ, ਇਹ ਸਾਰੀਆਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚ ਰਹੇ ਨੇ। ਤੇ ਸੰਭਾਵਨਾ ਇਹ ਹੈ ਵੀ 2 ਤਾਰੀਖ ਤੱਕ ਇਹ ਫਿਰ ਰਿਕਾਰਡ ਗੈਦਰਿੰਗ ਉੱਥੇ ਹੋਏਗੀ। ਸਭ ਤੋਂ ਵੱਡੀ ਗੱਲ ਫਿਰ ਇਹ ਵੀ ਇਹ ਪੀਸਫੁਲ ਹੋਏਗੀ। ਮੈਂ ਇੱਕ ਬੇਨਤੀ ਤੁਹਾਡੇ ਥਰੂ ਲੋਕਾਂ ਨੂੰ ਕਰਨਾ ਆਇਆ। ਉੱਥੇ ਜਿੱਥੇ ਅਸੀਂ ਬੈਠੇ ਹਾਂ, ਸਰਕਾਰ ਨੇ ਨੈੱਟ ਬੰਦ ਕਰ ਦਿੱਤਾ ਹੈ, ਹਰਿਆਣੇ 'ਚ ਵੀ ਨੈੱਟ ਬੰਦ ਕਰ ਦਿੱਤਾ ਹੈ ਤੇ ਕਈ ਵਾਰੀ ਉਹ ਪਾਣੀ ਬੰਦ ਕਰ ਦਿੰਦੇ ਨੇ, ਸਾਡੀ ਪਾਣੀ ਦੀ ਸਪਲਾਈ ਬੰਦ ਕਰ ਦਿੰਦੇ ਨੇ, ਬਿਜਲੀ ਸਪਲਾਈ ਬੰਦ ਕਰ ਦਿੰਦੇ ਨੇ। ਲੋਕਾਂ ਦੇ ਸਾਹਮਣੇ ਸਹੀ ਤਸਵੀਰ ਨਹੀਂ ਜਾਂਦੀ। ਜੋ ਮੰਦਭਾਗੀਆਂ ਘਟਨਾਵਾਂ ਹੋਈਆਂ ਉਹਨਾਂ ਦੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਡਰਾਈ ਜਾਂਦੇ ਨੇ ਸਰਕਾਰ ਵਾਲੇ। ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਗੁੰਮਰਾਹਕੁਨ ਪ੍ਰਚਾਰ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੁਹਾਡੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ, ਇਹ ਅੰਦੋਲਨ ਅੱਜ ਦੇਸ਼ ਦੇ 713 ਚੋਂ 700 ਜ਼ਿਲ੍ਹਿਆਂ ਵਿੱਚ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਦਾ ਇੱਥੇ ਮੀਡੀਆ ਵਿੱਚ ਰਿਪੋਰਟਿੰਗ ਹੁੰਦੀ ਹੈ, ਪਤਾ ਇਹ ਲੱਗਦਾ ਵੀ ਸਾਊਥ ਦੀਆਂ ਖਬਰਾਂ ਇੱਥੇ ਬਹੁਤ ਘੱਟ ਆਉਂਦੀਆਂ, ਇੱਥੇ ਦੀਆਂ ਸਾਊਥ ਵਿੱਚ ਬਹੁਤ ਘੱਟ ਜਾਂਦੀਆਂ। ਉਹ ਸਾਰੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਪਰ ਫਿਰ ਵੀ ਇਹਦੇ ਬਾਵਜੂਦ ਅੱਜ ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖ ਰਹੀ ਹੈ। ਤੋ ਹੁਣ ਫਿਰ ਜਿਸ ਤਰ੍ਹਾਂ ਦੁਬਾਰਾ ਪੰਜਾਬ 'ਚੋਂ ਵੱਡੀ ਗਿਣਤੀ 'ਚ, ਹਰਿਆਣੇ 'ਚੋਂ, यूपी 'ਚੋਂ ਵੱਡੀ ਗਿਣਤੀ 'ਚ ਕਿਸਾਨ ਜਾਣਾ ਸ਼ੁਰੂ ਹੋਏ ਨੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਥਰੂ ਇਹ ਬਈ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿਣਾ ਆਪਣੇ ਭਰਾਵਾਂ ਨੂੰ ਵੀ ਜੇ ਸ਼ਾਂਤਮਈ ਰਹੋਗੇ ਤੁਹਾਡੀ ਜਿੱਤ ਯਕੀਨੀ ਹੈ। ਜਿੱਦਣ ਹਿੰਸਾ ਆਈ ਉਸ ਦਿਨ ਹਾਰ ਨਾਲ ਆ ਜਾਣੀ ਹੈ, ਉਸ ਦਿਨ ਮੋਦੀ ਦੀ ਜਿੱਤ ਹੋ ਜਾਣੀ ਹੈ। ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਮੈਨੂੰ ਅਹਿਸਾਸ ਹੈ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਗਿਆ। ਉਹ ਜੋਸ਼ ਵੀ ਰੱਖਦੇ ਨੇ, ਪਰ ਉਹਦੇ ਨਾਲ ਹੋਸ਼ ਰੱਖਣ ਦਾ ਇਹ ਪਹਿਲਾ ਅੰਦੋਲਨ ਹੈ ਵੀ ਦੋਨੋਂ ਚੀਜ਼ਾਂ ਦਾ ਸੁਮੇਲ ਹੋਇਆ। ਤੋ ਹਰਿਆਣੇ ਵਿੱਚ ਜਿਸ ਤਰ੍ਹਾਂ ਖਾਪ ਪੰਚਾਇਤਾਂ ਨੇ ਫੈਸਲੇ ਲਏ ਨੇ, यूपी ਵਿੱਚ, ਵੈਸਟਰਨ यूपी 'ਚ ਲਏ ਨੇ, ਈਸਟਰਨ यूपी 'ਚ ਫੈਸਲੇ ਲਏ ਨੇ, ਉਹ ਸਾਰੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗੇ ਨੇ। ਤੋ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਵੀ ਉਹ ਇਸ ਅੰਦੋਲਨ ਨੂੰ ਜਿਸ ਭਾਵਨਾ ਨਾਲ, ਜਿਸ ਡਿਸਪਲਿਨ ਨਾਲ ਇਹ ਚੱਲ ਰਿਹਾ ਹੈ, ਇਹਦੀ ਲੋਕਾਂ ਦੀ ਨਬਜ਼ ਪਛਾਣਨ। ਔਰ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਇਸ ਦੇਸ਼ ਦੇ ਮਾਲਕ ਨੇ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੂੰ ਲੋਕਾਂ ਦੀ ਭਾਵਨਾ ਅਨੁਸਾਰ ਉਹ ਜਿਹੜੇ 3 ਕਾਨੂੰਨਾਂ ਤੋਂ ਲੜਾਈ ਸ਼ੁਰੂ ਹੋਈ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਹੱਠ ਧਰਮੀ
ਰਾਜਹਟ नहीं अख्तियार करना चाहिए जिहड़ा हुण तक सरकार ने अपना ही रखा। तो मैं अपील करदा अपने सारे भाईचारे नूं, एक तां जिहड़े जा रहे ने उन्हां नूं खास तौर ते, क्योंकि उत्थे नैट की समस्या सी, असीं अपनी गल पहुँचा नहीं सी सकदे लोकां तक। तो मैं उन्हां नूं ये अपील उचेचे तौर ते करन आया भी भरावो आउणा है, तुसीं जरूर सारिआं नूं सद्दा है, तुहाडा अपना अंदोलन है, पर ये मिथ के आउणा है भी जे कोई तुहानूं उकसावे भी तां भी तुसीं उकसाहट च भावुक हो के कोई भी ऐसी कार्रवाई नहीं करनी जिहदे नाल अंदोलन दे उत्ते कोई किसी तरह की आँच आवे। जिन्ने लोकी उत्थे आ रहे ने, जिन्ने नौजवान बजुर्ग बिरध बीबियां जिन्ने उत्थे पहुँच रहे ने, उस अंदोलन सारिਆਂ ਦਾ ਉਹਨਾਂ ਦਾ है, वो सारे ही प्रधान ने, कोई छोटा वड्डा नहीं, सारे बराबर ने। तो मेरी उन्होंने बेनती है, उचेचे तौर पर बेनती करना है भी असी कोई उत्थे युद्ध लड़न नहीं जा रहे। साडा अपना देश है, सरकार इस देश की है, तो ये तय करके इतों घरां तो जाना है बई साडी एक जिम्मेवारी इस अंदोलन ने साडे ते आयद की है। वो जिम्मेवारी है इनू शांतमई तरीके नाल जबर सहना है, किसी नाल धक्का करना नहीं। तो उचेचे तौर पर मैं सरकार की इस नीति की भी मैं निंदा करदा भी उन्होंने सानू लोगों तो अलग करने वास्ते जिहड़ा नैट बंद की सर्विस हरियाणे ते पंजाब ते इत्थे नाकियां दे उत्ते जिहड़ी नैट की बंद कीता है, ये बहुत ही निंदणयोग है। इहदे नाल सरकार तो ये उम्मीद नहीं हुंदी भी वो अफवाहां फैलाए, सरकार तो ये उम्मीद नहीं हुंदी भी लोकां विच गलतफहमियां करे, सरकार तो ये उम्मीद नहीं हुंदी लोकां विच किसी तरह की दुफेड़ पैदा करे। असी सारा समाज एक हाँ, इत्थे ना कोई हिंदू सिख मुस्लिम ईसाई की गल है, इत्थे ना कोई किसी जात पात की गल है, सारे एक हाँ, सारे भारतवासी हाँ, सबनों अपने देश की चिंता है। ते जे इहो जी जदों लोकी इकट्ठे होके बैठ के पहला अंदोलन है जिहड़ा ये सारियां गल्लां तो उपर उठ के लड़िया जा रहा है। और कई बारी हैरानी हुंदी है भी इक्को ट्राली विच पिंड दीयां दो जिहड़ियां हुण तक सिरवड़वी वैर वालियां पार्टियां सी, वो दोनों एक ट्राली विच इकट्ठे सौंदे ने। जदों हर जात दे लोग उत्थे इकट्ठे लंगर विच सेवा करते हैं। ये निवेकली एक इस अंदोलन की खूबी सामने आई है। मैं सारे जिहड़े ने पंजाब हरियाणा यूपी उत्तराखंड राजस्थान जिहड़े नेड़े दे सूबे ने जिहड़े वड्डी गिणती विच उत्थे पार्टिसिपेट कर रहे ने, दूर दे सूबे की पार्टिसिपेशन जिहड़ी बहुत दूर होने करके भावें टोकन है फिर भी किसी की 2000 किसी की 1000 किसी की 4000 तक की पार्टिसिपेशन उत्थे है। ये साबित करती है भी सारा देश अज एकमुठ होकर सरकार के बनाए कानूनों का विरोध कर रहा है। ये सारा मुद्दा साड़ी जिहड़ी कोर कमेटी है उहदे विच डिस्कस करने वाला है। बाहरों जिहड़े लोग राय दिंदे ने उन्हां दी राय की कदर करांगे, विचारांगे। नहीं, जिहड़े उत्थे आम किसान बैठे ने उन्हां नाल साडी हमदर्दी है, साडा उन्हां नाल कोई विरोध नहीं। कल कुछ बीबियां साडे बंदे उधरों उस पासों, क्योंकि साडे पंजाब की इज्जत है, साडियां भैणां ने साडियां मावां ने उन्होंने उधरों इधर लैके भी आए ने सेफ जगह। ऐसा कोई वैर भाव नहीं। जे किसी ने कोई गलती की भी है तो यदा मतलब ये नहीं भी असी लोगों को कोई सज़ा देने वास्ते सरकार दे अगे असी एवें उन्होंने खुले छड़ दिए, इदां दी नहीं साडी। देखिए, हम सभी लोग जितने भी इस किसान आंदोलन से बहुत लंबे समय से जुड़े हैं, हमारे अंदर एक तड़प सी किसान के लिए तो है। अगर मुझे कोई कहे आई एम वन ऑफ द फाउंडर्स, मुझे ज़िंदगी के मैंने अपने 51 साल इस आंदोलन में लगाए हैं, इसका कॉन्स्टिट्यूशन मैंने लिखा है। अगर मेरे सामने किसी किसान के साथ ज्यादती होती है, कई बार मैं अपने आप को कंट्रोल नहीं कर पा रहा, जो ज्यादती करने वाला ऑफिसर होता है उसको मैं सीधा सीधा कड़ा जवाब देता हूँ। तो ये नेचुरल है। जो लोग किसान आंदोलन में लंबे समय से जुड़े हुए हैं वो कई बार भावुक हो जाते हैं, और टिकैत साहब अंदर से भावुक हुए थे, वो आहत हुए थे सरकार के
उस तरीके से, जिस तरीके से वो किसानों के साथ पेश आ रहे थे। राज्यपाल साहब, एक सवाल है, जैसे आपने कहा कि प्रोवोक कई लोग कर रहे थे किसानी आंदोलन को लेकर, 26 जनवरी के एक दिन पहले यानी कि एक रात को जो स्टेज पर जो भी हुआ, तो आपने इससे पहले कोई मीटिंग करी या जो आपके साथ पुलिस ऑफिसर्स की भी मीटिंग हुई, तो आपने उनको ये बताया कि इस तरह से जो बैड एलिमेंट है या जो प्रोवोक कर रहे हैं किसानों को, उनके लिए आप लोगों के लिए ऑब्वियस खतरा है, जो भी 26 जनवरी को हुआ सबने जो आपकी स्टेज पर उस टाइम में 25 तारीख की जो रात को 9, साढ़े 9, 10 बजे, बल्कि आप लोगों का स्टेज 6, साढ़े 6 बजे जो है वो बंद हो जाता है, लेकिन 9, साढ़े 9 बजे वो लोग स्टेज पर थे और जो वीडियोज बोल रही हैं, जो ऑडियो बोल रही है कि वहां पर किस तरह से नारे लगाए गए और गलत शब्द जो है वहां पर यूज किए, तो आप लोगों ने कोई एक्शन? देखिए, हमारा वहाँ पे कोई लड़ाई झगड़ा करके हिंसा पैदा करने का कोई मन नहीं। ये हमारी बेसिक पॉलिसी है कि हम हिंसा में बिल्कुल नहीं जाएंगे। और वहाँ पे जो हुआ, उस वक्त हमारी मीटिंग चल रही थी। आमतौर पे हम हर रोज़ शाम को 5 बजे के बाद रहराज साहब का पाठ करके, अरदास करके स्टेज समाप्त कर देते हैं। ਰਾਜੇਵਾਲ ਸਾਹਿਬ, ਇੱਕ ਸਵਾਲ ਆ ਰਿਹਾ ਕਿ ਜਿਹੜੀ ਅਗਲੀ ਮੀਟਿੰਗ ਲਈ ਹੈ ਉਹਦੇ ਲਈ ਰਾਜਨਾਥ ਸਿੰਘ ਲੀਡਰਾਂ ਨਾਲ ਸੰਪਰਕ ਕਰਨ ਲੱਗੇ ਨੇ, ਉਹਨਾਂ ਦੇ ਕੁਝ ਲੀਡਰਾਂ ਨੂੰ ਫੋਨ ਆਏ ਨੇ ਕਿ ਰਾਜਨਾਥ ਨੂੰ ਚਿਹਰਾ ਬਣਾ ਕੇ ਮੁੱਦੇ ਲੈਣ, 1.5 ਸਾਲ ਵਾਲੀ ਪ੍ਰਪੋਜ਼ਲ 3 ਸਾਲ ਦੇਣ ਦੀ ਤਿਆਰੀ ਹੈ, ਕੁਝ ਇਹੀ ਗੱਲ ਹੋਈ ਹੈ? नहीं, अभी ये हवा में ही है, अभी ऐसी हमारे पास कोई बात नहीं है। रात ਜਦੋਂ ਰਹਿਰਾਸ ਦਾ ਪਾਠ ਹੋ ਜਾਂਦਾ ਹੈ, ਉਹ ਸਮਾਪਤੀ ਦਾ ਚਿੰਨ੍ਹ ਹੁੰਦਾ, ਉਹ ਤੋਂ ਬਾਅਦ ਸਟੇਜ ਸਮਾਪਤ ਹੋ ਜਾਂਦੀ ਹੈ। फिर कोई बुलारा नहीं बोलता, उत्थे स्टेज बंद होंदी है। उन्होंने आके रात को 12 बजे जो नोटिस आया है उसमें आप इन्वेस्टिगेशन ज्वाइन करेंगे? आप वो हैरान होंगे आप, वो नोटिस देते हैं हमें 27 तारीख को, उसी सिलसिले में 26 को FIR होगी, 27 को नोटिस दे के कहते हैं क्यों ना आपके खिलाफ कार्रवाई की जाए, ये 3 दिन के अंदर अंदर जवाब दो। कार्रवाई तो पहले हो गई, जवाब काय का मांग? मतलब आप इन्वेस्टिगेशन सर ज्वाइन करेंगे? नहीं, हम जवाब भेजेंगे, उनको देखेंगे क्या होता है। देखो, उन्होंने दी गल हो जानन, मैं ਉਹਦੇ ਬਾਰੇ ਕੁਝ ਨਹੀਂ ਕਹਿਣਾ, ਪਰ ਇਹ ਠੀਕ ਹੈ ਵੀ ਕੁਝ ਲੋਕ ਉਸ ਵੇਲੇ ਮਾਹੌਲ ਇਹੋ ਜਿਹਾ ਸੀ। ਅਸੀਂ ਜਿਹੜਾ ਸਾਨੂੰ ਰੂਟ ਦਿੱਤਾ ਸੀ ਬਾਰਡਰ ਤੇ, ਬਿਲਕੁਲ ਜਿੱਥੋਂ ਰਿੰਗ ਰੋਡ ਹੈ ਉਹ ਤੋਂ ਇੰਡਸਟਰੀਅਲ ਏਰੀਆ ਨੂੰ ਕੱਟ ਹੈ, ਉੱਥੋਂ ਮੁੜਨਾ ਸੀ। ਪੁਲਿਸ ਸਾਨੂੰ ਕਹਿ ਰਹੀ ਸੀ ਵੀ ਤੁਸੀਂ ਇੱਧਰ ਜਾਓ, ਰਿੰਗ ਰੋਡ ਨੂੰ ਸਾਨੂੰ ਆਪ ਕਹਿ ਰਹੀ ਸੀ ਰਿੰਗ ਰੋਡ ਨੂੰ ਜਾਓ। ਦੂਸਰੇ ਪਾਸੇ ਜਿਹੜਾ ਸਾਡਾ ਰੂਟ ਸੀ ਉਸ ਪਾਸਿਓਂ ਸਾਨੂੰ ਰੋਕ ਰਹੀ ਸੀ, ਸਾਰੇ ਅੱਗੇ ਹੋਏ ਖੜੇ ਸੀ। ਮੈਂ ਖੁਦ ਉੱਥੇ ਘੰਟਾ ਖੜ ਕੇ ਬੜਾ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਦਾ ਵੈਲ ਪਲੈਨਡ ਸੀਗਾ ਸਰਕਾਰ ਵਾਲਿਆਂ ਦਾ। ਉੱਥੇ ਕੁਝ ਸਾਦਾ ਕੱਪੜਿਆਂ ਵਿੱਚ ਸਾਨੂੰ ਕਿਸੇ ਨੇ ਦੱਸਿਆ ਪੁਲਿਸ ਦੇ ਸਿਪਾਹੀ ਵੀ ਸੀ, ਜਿਹੜੇ ਸਾਨੂੰ ਗਦਾਰ ਕਹਿ ਰਹੇ ਸੀ, ਜਿਹੜੇ ਨਹੀਂ ਜਾਂਦੇ ਲਾਲ ਕਿਲੇ ਵੱਲੋਂ ਗਦਾਰ ਨੇ, ਇਦਾਂ ਦੀਆਂ ਗੱਲਾਂ ਵੀ ਕਰਦੇ ਸੀ। ਪਰ ਅਸੀਂ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ। ਅਸੀਂ ਆਪਣੇ ਭਾਈਚਾਰੇ ਨੂੰ ਕਿਹਾ ਵੀ ਜਿਹੜਾ ਆਪਣਾ ਤੈਅਸ਼ੁਦਾ ਰੂਟ ਹੈ, ਡਿਸਿਪਲਿਨਡ ਸਿਪਾਹੀ ਵਾਂਗ ਉਧਰ ਨੂੰ ਚੱਲੋ। ਤੇ ਬਹੁਤ ਕੋਸ਼ਿਸ਼ ਦੇ ਬਾਵਜੂਦ 2 ਘੰਟੇ ਇਦਾਂ ਦੀ ਬਹਿਸ ਕਰਨ ਦੇ ਬਾਵਜੂਦ ਜਦੋਂ ਇੱਕ ਉੱਥੇ ਜਾਮ ਲੱਗ ਗਿਆ, ਤਾਂ ਪਿੱਛੇ ਆ ਕੇ ਸਾਨੂੰ ਸਾਰਿਆਂ ਨੂੰ ਕਹਿਣਾ ਪਿਆ ਤੁਸੀਂ ਵਾਪਸ ਮੁੜੋ, ਅੱਗੇ ਹਾਲਾਤ ਖਰਾਬ ਨੇ। ਔਰ ਅਸੀਂ ਉਸੇ ਵੇਲੇ ਆਪਣਾ ਜਿਹੜਾ ਟਰੈਕਟਰ ਮਾਰਚ ਸੀ ਉਹ ਘੱਟੋ ਘੱਟ 72 ਘੰਟੇ ਚੱਲਣਾ ਸੀ, ਅਸੀਂ ਉਹ ਵਾਪਸ ਲੈ ਲਿਆ। ਨਹੀਂ, ਉਹ ਸਿਰਫ ਤੇ ਸਿਰਫ ਇਸ ਕਰਕੇ ਹੈ ਵੀ ਨੈੱਟ ਬੰਦ ਹੈ, ਇੱਕ ਤਰਫਾ ਜਾਣਕਾਰੀ ਲੋਕਾਂ ਨੂੰ ਪਰੋਸੀ ਜਾ ਰਹੀ ਹੈ, ਸਾਡੀ ਜਾਣਕਾਰੀ ਲੋਕਾਂ ਨੂੰ ਨਹੀਂ ਜਾ ਰਹੀ। ਔਰ ਇਹ ਵੀ ਗਲਤ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਪਤਾ ਨਹੀਂ ਉਹ ਜਿਹੜਾ ਰੂਟ ਸੀ ਉਹ ਗਲਤ ਸੀ। ਦੇਖੋ, ਸਾਡੀ ਪਾਲਿਸੀ ਇਹ ਸੀ ਵੀ ਵੱਧ ਤੋਂ ਵੱਧ ਆਮ ਲੋਕਾਂ ਦੇ ਵਿੱਚ ਹੀ ਅਸੀਂ ਸੜਕਾਂ ਤੇ ਭਜਾ ਕੇ ਨਾ ਟਰੈਕਟਰ ਚਲਾਈਏ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਅਸੀਂ ਸੜਕਾਂ ਤੇ ਟਰੈਕਟਰ ਨਾ ਭਜਾਈਏ, ਅਸੀਂ ਲੋਕਾਂ ਦੇ ਵਿੱਚ ਹੀ ਜਾਈਏ। ਸਾਨੂੰ ਵੀ ਪਤਾ ਲੱਗੇਗਾ ਦਿੱਲੀ ਦੇ ਲੋਕ ਕਿੰਨਾ ਪਿਆਰ ਕਰਦੇ ਨੇ। ਔਰ ਲੋਕਾਂ ਨੇ ਏਡੀ ਵੱਡੀ ਪੱਧਰ ਤੇ ਗੇਟ ਲਾਏ ਸੀ, ਕਿਤੇ ਲੰਗਰ ਲਾਏ ਸੀ, ਕਿਤੇ ਮਠਾਈ ਵੰਡ ਰਹੇ ਸੀ। ਉਹ ਸਾਰਾ ਕੁਝ ਇਸ ਇਨਸੀਡੈਂਟ ਦੀ ਵਜ੍ਹਾ ਕਰਕੇ ਸਾਨੂੰ ਜਦੋਂ ਕੈਂਸਲ ਕਰਨਾ ਪੈ ਗਿਆ, ਉਹ ਧਰਾਇਆ ਰਹਿ ਗਿਆ। ਇਦਾਂ ਦੀ ਕੋਈ ਗੱਲ ਨਹੀਂ ਵੀ ਅਸੀਂ ਸਾਨੂੰ ਰੂਟ ਉਹਨਾਂ ਨੇ ਜਾਣ ਕੇ ਗਲਤ ਦਿੱਤਾ। ਅਸੀਂ ਕਨਫਰੰਟੇਸ਼ਨ ਨਹੀਂ ਸੀ ਚਾਹੁੰਦੇ, ਸਾਨੂੰ ਸਾਰੀ ਸਥਿਤੀ ਦਾ ਅੰਦਾਜ਼ਾ ਸੀ ਵੀ ਜੇ ਇੱਥੇ ਜਾਵਾਂਗੇ ਤੇ ਅੱਗੇ ਕਨਫਰੰਟੇਸ਼ਨ ਹੋਏਗੀ। ਸਾਡਾ ਨਿਸ਼ਾਨਾ ਕਿਉਂਕਿ ਪੀਸਫੁਲ ਅੰਦੋਲਨ ਨੂੰ ਰੱਖਣਾ, ਇਸ ਕਰਕੇ ਅਸੀਂ ਸੋਚ ਸਮਝ ਕੇ ਜਿਹੜੇ ਰੂਟ ਸੀ ਉਹ ਇਸ ਤਰ੍ਹਾਂ ਬਣਵਾਏ ਸੀ। ਲੈ ਆਉਂਦੇ ਸਾਰ ਦੀ ਕੋਈ ਡੈਡਲਾਈਨ ਦੱਸੋਗੇ? ਤੁਹਾਡੇ ਮਨ ਵਿੱਚ ਕੀ ਹੈ, ਕਦੋਂ ਕਹਿਣਾ ਚਾਹੀਦਾ ਸੀ? ਅਸੀਂ ਰਾਤ ਤੱਕ ਆਪਣੇ ਲੋਕਾਂ ਨੂੰ ਸੰਭਾਲਦੇ ਰਹੇ, ਕੋਈ ਨੈਟ ਨਹੀਂ ਸੀ, ਕੁਝ ਨਹੀਂ ਸੀ। ਸਾਡਾ ਆਪੋ ਵਿੱਚ ਹੀ ਤਾਲਮੇਲ ਨਹੀਂ ਸੀ ਹੋ ਰਿਹਾ ਸਾਰੇ ਲੀਡਰਸ ਦਾ ਵੀ ਅਸੀਂ ਕਿੱਥੇ ਕਿਸੇ ਦਾ ਸਾਡਾ ਉਸ ਦਿਨ ਐਸੀ ਸਥਿਤੀ ਸੀ, ਸਾਡੇ ਤੇ ਸਭ ਤੋਂ ਵੱਡਾ ਭਾਰ ਸੀ ਵੀ ਮੈਕਸਿਮਮ ਲੋਕਾਂ ਨੂੰ ਆਪੋ ਆਪਣੇ ਟਿਕਾਣੇ ਪਹੁੰਚਾਇਆ ਜਾਏ। ਕਿਉਂਕਿ ਜਿਹੜੇ ਲੋਕ ਉੱਥੇ ਜਾਂਦੇ ਆ
ਮੈਂ ਇਹ ਮੰਨ ਕੇ ਤੁਰਦਾ ਹਮੇਸ਼ਾ। ਮੈਂ ਇੱਕ ਗੱਲ ਕਹਿਣਾ, ਸਾਡੀ ਇਖਲਾਕੀ ਜ਼ਿੰਮੇਵਾਰੀ ਹੈ ਵੀ ਉਹ ਸ਼ਾਂਤਮਈ ਰਹਿਣ, ਔਰ ਇਖਲਾਕੀ ਜ਼ਿੰਮੇਵਾਰੀ ਹੈ ਵੀ ਉਹ ਲੋਕ ਸਹੀ ਸਲਾਮਤ ਹੱਸਦੇ ਰਸਦੇ ਘਰ ਨੂੰ ਵਾਪਸ ਆਉਣ। ਅਸੀਂ ਕਿਸੇ ਦੇ ਧੀਆਂ ਪੁੱਤਾਂ ਨੂੰ ਮਰਵਾ ਕੇ ਆਪਣੀ ਲੀਡਰੀ ਚਮਕਾਉਣ ਵਾਲੇ ਨਹੀਂ, ਨਾ ਸਾਡਾ ਹੈਗਾ ਕੋਈ ਰਸਤਾ। ਤੇ ਅਸੀਂ ਉਸ ਦਿਨ ਰਾਤੀ 10 ਵਜੇ ਤੱਕ ਸਾਡਾ ਆਪੋ ਵਿੱਚ ਹੀ ਤਾਲਮੇਲ ਹੀ ਨਹੀਂ ਹੋ ਸਕਿਆ। ਅਸੀਂ ਕਿਹਨੂੰ ਕਹਿਣਾ ਸੀ ਜਦੋਂ ਉੱਥੇ ਹੈ ਹੀ ਨਹੀਂ, ਸਾਧਨ ਕੋਈ ਨਹੀਂ, ਨੈਟ ਨਹੀਂ, ਕੁਝ ਨਹੀਂ ਹੈ। ਜੋ ਸਥਾਨਕ ਲੋਕ ਪ੍ਰਦਰਸ਼ਨ ਕਰ ਰਹੇ ਨੇ ਸ਼ੁਰੂ ਬਾਰਡਰ ਤੇ ਉੱਥੇ ਜੇ ਮਾਸਕ ਦੀ ਵੀਡੀਓਜ਼ ਆ ਰਹੀ ਹੈ, ਉਹ ਸਥਾਨਕ ਲੋਕਾਂ ਨੂੰ ਆਪਣਾ ਕਿਵੇਂ ਜੋੜੋਗੇ? ਨਹੀਂ, ਸਥਾਨਕ ਲੋਕ ਸਾਡੇ ਨਾਲ ਨੇ। ਖਾਪ ਪੰਚਾਇਤਾਂ ਨੇ ਪੰਚਾਇਤਾਂ ਇਕੱਠੀਆਂ ਕਰਕੇ ਮੀਟਿੰਗਾਂ ਕਰਕੇ ਸਾਡੇ ਵੱਲ ਨੂੰ ਰੁਖ ਮੋੜ ਲਿਆ। ਹਾਂ, ਜਿਹੜੇ ਕਰ ਰਹੇ ਨੇ ਉਹ ਸਰਕਾਰ ਦੇ ਤੇ ਭਾਜਪਾ ਦੇ ਬੰਦੇ ਨੇ, ਆਰਐਸਐਸ ਦੇ ਬੰਦੇ ਨੇ। ਅਸੀਂ ਉਹਨਾਂ ਨੂੰ ਸਮਝਦੇ ਹਾਂ, ਅਸੀਂ ਆਇਡੈਂਟੀਫਾਈ ਵੀ ਕੀਤੇ ਹੋਏ ਆ। ਅਸੀਂ ਸਮਾਂ ਹੁਣ ਤੇ ਦੱਸ ਵੀ ਦੇਵਾਂਗੇ ਵੀ ਕਿਹੜੇ ਨੇ। पंचायत ने रेजोल्यूशन पास किया है जी और 1500 रुपए फाइन लगेगा अगर वो एक हफ्ते के लिए किसी ऑर्डर नहीं गए। क्या पंचायत ने मता पास किया है भी 1500 रुपया जुर्माना लगेगा। पंजाब ਦੇ ਵਿੱਚੋਂ ਹਰੇਕ ਘਰ ਦੇ ਵਿੱਚ ਪਿੰਡ ਦੇ ਉੱਥੇ ਜਾਣ, ਸਿੰਗੂ ਬਾਰਡਰ ਜਾਣ ਜਾਂ ਗਾਜੀਪੁਰ ਜਾਣ। ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਜੇ ਇੱਥੇ ਤੱਕ ਲੋਕਾਂ ਦੀਆਂ ਭਾਵਨਾਵਾਂ, ਸਰਕਾਰ ਕਾਹਦੇ ਵਾਸਤੇ ਹੁੰਦੀ ਹੈ? ਲੋਕਾਂ ਵਾਸਤੇ ਹੁੰਦੀ ਹੈ ਨਾ। ਇਹ ਸਰਕਾਰ ਲਈ ਸੋਚਣ ਦਾ ਮੌਕਾ ਹੈ, ਉਹਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਦਿੱਲੀ 'ਚ ਛਾਪੇ ਪਏ ਨੇ ਜੀ ਗੋਦਾਮਾਂ ਦੇ ਉੱਤੇ, ਪੰਜਾਬ ਦੇ ਵਿੱਚ 40 ਗੋਦਾਮਾਂ ਦੇ ਉੱਤੇ ਤੇ ਹਰਿਆਣਾ 'ਚ 10 ਗੋਦਾਮਾਂ ਦੇ ਉੱਤੇ, ਉਹਨੂੰ ਕਿਵੇਂ? ਦੇਖੋ ਜੀ, ਮੈਨੂੰ ਨਹੀਂ ਪਤਾ ਉੱਥੇ ਜੋ ਹੈਗਾ ਸੱਚਾਈ ਕੀ ਹੈ, ਮੈਂ ਨਹੀਂ ਉਹਦੇ ਬਾਰੇ ਕੁਝ ਕਹਿ ਸਕਦਾ। ਲੇਕਿਨ ਇੱਕ ਜ਼ਰੂਰ ਹੈ, ਜਿਸ ਤਰ੍ਹਾਂ NIA ਦੇ ਨੋਟਿਸ, ਇਹ ਸਾਰਾ ਕੁਝ ਸਾਨੂੰ ਜਿਹੜੇ ਲੋਕ ਸਾਡੇ ਹਮਦਰਦ ਨੇ ਉਹਨਾਂ ਨੂੰ ਡਰਾਉਣ ਦੀਆਂ ਕਾਰਵਾਈਆਂ ਨੇ। राजेवाल साहब, एक सवाल है, मुख्यमंत्री पंजाब वालों कहा गया है कि पाकिस्तान के ਜਿਹੜੇ स्लीपर सैल है वो भी एक्टिव ਹੋਏ ਹੈ ਕਿਤੇ ਨਾ ਕਿਤੇ। ਜਿਹੜੇ ਇਨਫਲੋ ਆਫ ਡਰੋਨ ਜਿਹੜਾ ਹੈ ਉਹ ਇਹਦੇ ਵਿੱਚ ਬੜਿਆ ਹੈ। ਹਾਲਾਂਕਿ ਕਿਸਾਨਾਂ ਦਾ ਜਿਹੜਾ ਮੂਵਮੈਂਟ ਚੱਲ ਰਿਹਾ ਹੈ, ਜਿਹੜੀ ਅੰਦੋਲਨ ਚੱਲ ਰਿਹਾ, ਉਹ ਸ਼ਾਂਤਮਈ ਤਰੀਕੇ, ਲੇਕਿਨ ਉਹਦਾ ਜਿਹੜਾ ਫਾਇਦਾ ਹੈ ਕਿਤੇ ਨਾ ਕਿਤੇ ਹੁਣ ਪਾਕਿਸਤਾਨ ਜਿਹੜਾ ਬੈਡ ਐਲੀਮੈਂਟ ਹੈ ਉਹ ਵੀ ਹੁਣ ਇੰਟਰਫੇਅਰ ਜਿਹੜਾ। ਦੇਖੋ, ਸਰਕਾਰ ਨੂੰ ਫੜਨੇ ਚਾਹੀਦੇ, ਪਰ ਮੈਂ ਤੁਹਾਨੂੰ ਆਪਣੀ ਦੱਸ ਸਕਦਾ, ਅਸੀਂ ਰੋਜ਼ ਜਿੱਦਾਂ ਪਿੰਡਾਂ 'ਚ ਠੀਕਰੀ ਪਹਿਰੇ ਲੱਗਦੇ ਆ, ਅਸੀਂ ਹਰ ਟਰਾਲੀ ਵਿੱਚੋਂ 2-2 ਕਿਸਾਨਾਂ ਦੀ ਠੀਕਰੀ ਪਹਿਰਾ ਲਾਉਂਦੇ ਆ। ਆਪੋ ਆਪਣੀ ਟਰਾਲੀ ਦਾ ਖਿਆਲ ਰੱਖਦੇ ਨੇ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖਦੇ ਨੇ। ਅਸੀਂ ਆਪਣੇ ਨਾਲ ਇਹ ਵੀ ਕਿਹਾ ਵੀ ਜਿਹਨੂੰ ਤੁਸੀਂ ਨਹੀਂ ਜਾਣਦੇ ਉਹਨੂੰ ਜਾਂ ਤਾਂ ਜਿਹੜੇ ਸਾਡੀ ਜਿਹੜੀ ਇੱਕ ਟੀਮ ਬਣਾਈ ਹੋਈ ਹੈ ਉੱਥੇ ਜਿਹੜੇ ਬਣੇ ਨੇ ਸਾਡੇ ਵਲੰਟੀਅਰਸ ਨੇ, ਉਹਨਾਂ ਦੀ ਟੀਮ ਹੈ, ਉਹਨਾਂ ਦੇ ਹਵਾਲੇ ਕਰੋ। ਅਸੀਂ ਪੁੱਛਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜ ਕੇ ਰੋਜ਼ ਪੁਲਿਸ ਦੇ ਹਵਾਲੇ ਕਰਦੇ ਹਾਂ, ਰੋਜ਼ ਹੁੰਦਾ। ਰਾਜੇਵਾਲ ਸਾਹਿਬ, ਜਿਸ ਤਰ੍ਹਾਂ ਗਾਜੀਪੁਰ ਦੇ ਵਿੱਚ ਕਿਸਾਨ ਲੀਡਰ ਜਿਹੜੇ ਲੀਡਰ ਵੀ ਨੇ ਜਾਂ ਪੋਲੀਟੀਕਲ ਲੀਡਰ ਹੁਣ ਜਾਣਾ ਸ਼ੁਰੂ ਹੋ ਗਏ ਨੇ, ਉੱਥੇ ਬੇਸ਼ੱਕ ਤੁਸੀਂ ਕਿਹਾ ਵੀ ਸਟੇਜ ਸਾਂਝੀ ਨਹੀਂ ਕੀਤੀ ਜਾਊਗੀ। ਇਸ ਤੋਂ ਪਹਿਲਾਂ ਜਿਹੜਾ ਟਿਕਰੀ ਬਾਰਡਰ ਹੈਗਾ ਜਾਂ ਸਿੰਘੂ ਬਾਰਡਰ ਹੈ ਜਿੱਥੇ ਤੁਸੀਂ ਬੈਠੇ ਹੈਗੇ ਹੋ, ਜੇਕਰ ਪੰਜਾਬ ਤੋਂ ਵੀ ਕੋਈ ਪੋਲੀਟੀਕਲ ਲੀਡਰ ਆਉਂਦੇ ਨੇ ਤੇ ਤੁਹਾਡੇ ਸਾਹਮਣੇ ਬੈਠਣਾ ਚਾਹਣ ਤਾਂ ਉਹ ਬੈਠ ਸਕਦੇ ਨੇ। ਤੇ ਦੂਸਰਾ ਮੇਰਾ ਸਵਾਲ ਹੈ ਕਿ ਇਸੇ ਤਰ੍ਹਾਂ ਰਵਨੀਤ ਬਿੱਟੂ ਉੱਥੇ ਪਾਰਟਿਸਿਪੇਸ਼ਨ ਕਰਨ ਗਏ ਸੀਗੇ, ਉਹਨਾਂ ਦੇ ਥੱਪੜ ਮਾਰੇ ਗਏ, ਪੱਗ ਲਾ ਦਿੱਤੀ ਗਈ। ਨਹੀਂ, ਉਹ ਪਾਰਟਿਸਿਪੇਸ਼ਨ ਕਰਨ ਸਾਡੇ ਵਾਸਤੇ ਨਹੀਂ ਸੀ ਗਏ, ਉਹ ਤੁਹਾਨੂੰ ਜਾਣਕਾਰੀ ਨਹੀਂ। ਉਹ ਤਾਂ ਇੱਕ ਦਿੱਲੀ ਸ਼ਹਿਰ ਦੇ ਕੁਝ ਲੋਕਾਂ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਇੱਕ ਪਤਾ ਨਹੀਂ ਪਬਲਿਕ ਕੀ ਨਾਂ ਉਹਦਾ ਦਿੱਤਾ ਸੀ, ਪਬਲਿਕ ਜਨ ਸੰਸਦ, ਉਹਦੇ ਵਿੱਚ ਉਹ ਸ਼ਾਮਲ ਹੋਣ ਗਏ ਸੀ। ਉੱਥੇ ਉਹ ਪਤਾ ਨਹੀਂ ਕਿਹੜੇ ਲੋਕ ਸੀਗੇ, ਸਾਡੇ ਲੋਕ ਤਾਂ ਉੱਥੇ ਆਏ ਨਹੀਂ, ਸਾਡੇ ਤਾਂ ਬੈਰੀਅਰ ਲੱਗਿਆ। ਬੈਰੀਅਰ ਲੋਕ ਉੱਥੇ ਆਉਂਦੇ ਨੇ ਤਾਂ ਤੁਸੀਂ ਅਲਾਉ ਕਰੇਗੇ ਉਹ ਤੁਹਾਡੀ ਸਟੇਜ ਦੇ ਅੱਗੇ ਆਉਂਦੇ ਨੇ ਜਾਂ ਉਹ ਤੁਹਾਡੀ ਸਪੋਰਟ ਵਾਸਤੇ ਆਉਂਦੀਆਂ ਨੇ ਪੋਲੀਟੀਕਲ ਪਾਰਟੀਆਂ? ਨਹੀਂ, ਸਪੋਰਟ ਤੇ ਆਉਂਦੇ ਨੇ, ਸਪੋਰਟ ਡਿਕਲੇਅਰ ਕਰ ਦੇਣ ਬਸ, ਉਹਨਾਂ ਦੇ ਧੰਨਵਾਦੀਆਂ ਸੀ। ਅਦਰਵਾਈਜ਼ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਕਿਸਾਨਾਂ ਦਾ ਰਹਿਣ ਦੇਣ। ਆ ਗਿਆ ਸਵਾਬ। ਅਸੀਂ ਲੱਗੇ ਹਾਂ ਇਸ ਕੰਮ 'ਚ, ਪਰ ਜਿੱਥੋਂ ਤੱਕ ਚੀਫ ਮਿਨਿਸਟਰ ਦੇ ਬਿਆਨ ਦਾ ਹੈ ਤਾਂ ਸਰਕਾਰ ਕਾਹਦੇ ਵਾਸਤੇ ਹੈ? ਸਰਕਾਰ ਰੋਕੇ, ਉਹਨਾਂ ਨੂੰ ਚੈੱਕ ਕਰੇ। ਦੇਖੋ, ਜਦੋਂ ਸਾਡੇ ਕੋਲ ਪ੍ਰਪੋਜ਼ਲ ਆਏਗੀ ਅਸੀਂ ਗੱਲਬਾਤ ਕਰਾਂਗੇ। ਅਸੀਂ ਗੱਲਬਾਤ ਤੋਂ ਤਾਂ ਭੱਜਦੇ ਨਹੀਂ। ਰਾਜੇਵਾਲ ਸਾਹਿਬ, ਕੱਲ ਸੁਖਪਾਲ ਸਿੰਘ ਖਹਿਰਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਜਿਹੜਾ ਕਿਸਾਨ ਉੱਥੇ ਜਿਹਦੀ ਡੈਥ ਹੋਈ ਸੀ ITO ਚੌਂਕ ਤੇ, ਉਹਦੀ ਡੈਥ ਐਕਸੀਡੈਂਟ ਦੇ ਨਾਲ ਨਹੀਂ, ਉਹ ਗੋਲੀ ਲੱਗਣ ਨਾਲ ਹੋਈ। ਉਹਨਾਂ ਨੇ ਪੋਸਟਮਾਰਟਮ ਰਿਪੋਰਟ ਵੀ ਉਹਦੀ ਜਾਰੀ ਕੀਤੀ ਕਿ ਲੇਕਿਨ ਕਿਸਾਨ ਜਥੇਬੰਦੀਆਂ ਵੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੋ ਰਹੀ ਕਿ ਉਹਦੀ ਜਿਹੜੀ ਮੌਤ ਹੈ ਉਹ ਗੋਲੀ ਨਾਲ ਹੋਈ ਹੈ।
ਕੀ ਤੁਹਾਡੇ ਨਾਲ ਕੋਈ ਉਹਦੇ ਪਰਿਵਾਰ ਵੱਲੋਂ ਕੋਈ ਸੰਪਰਕ ਕੀਤਾ ਗਿਆ ਜਾਂ ਤੁਸੀਂ ਉਹਨਾਂ ਵੱਲੋਂ ਸੰਪਰਕ ਕੀਤਾ ਉਹਨਾਂ ਨਾਲ, ਉਹਨਾਂ ਦੇ ਪਰਿਵਾਰਾਂ ਨਾਲ? ਨਹੀਂ, ਇਸ ਤਰ੍ਹਾਂ ਨਹੀਂ, ਸਾਡੇ ਨਾਲ ਸੰਪਰਕ ਕਿਸੇ ਨੇ ਕੀਤਾ ਨਹੀਂ, ਤੇ ਜੇ ਕਰਨਗੇ ਫਿਰ ਅਸੀਂ ਜੋ ਸਾਡੇ ਕੋਲੋਂ ਹੋਏਗੀ ਅਸੀਂ ਮਦਦ ਤੁਹਾਡੇ ਕਰਾਂਗੇ। ਕੋਲ ਹੁਣੇ ਤੱਕ ਕੀ ਜਾਣਕਾਰੀ ਹੈ ਕਿ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਹੈ? ਨਹੀਂ ਹੈ, ਨਹੀਂ ਕੋਈ ਜਾਣਕਾਰੀ ਮੇਰੇ ਕੋਲ ਹੈ ਨਹੀਂ। ਤੇ ਰਾਜਵਾ ਸਾਹਿਬ ਇੱਕ ਹੋਰ ਹੈਗਾ, ਲਗਾਤਾਰ ਸਵਾਲ ਆ ਰਹੇ ਨੇ ਜਿਹੜੀ ਯੂਨੀਅਨਾਂ ਨੂੰ ਇੱਕ ਨੌਜਵਾਨਾਂ ਦਾ ਵੀ ਅਲੱਗ ਤੋਂ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹੜੇ ਨੌਜਵਾਨ ਕੀ ਚਾਹੁੰਦੇ ਨੇ ਉਹ ਦੇਖਣ। ਉਹ ਕਹਿੰਦੇ ਵੀ ਜਿਹੜੇ ਆਗੂ ਚਾਹੁੰਦੇ ਨੇ, ਕਈ ਵਾਰ ਸੋਚ ਨਹੀਂ ਮੈਚ ਕਰ ਰਹੀ ਵੀ, ਪਰ ਅੱਜ ਦੇ ਨੌਜਵਾਨ ਕੀ ਚਾਹੁੰਦੇ, ਉਹਨਾਂ ਨੂੰ ਹੋਸ਼ ਦੇ ਵਿੱਚ ਰੱਖਣ ਲਈ ਨੌਜਵਾਨਾਂ ਨਾਲ ਨਹੀਂ, ਐਸੀ ਕੋਈ ਗੱਲ ਨਹੀਂ, ਉੱਥੇ ਸਾਰਾ ਕੁਝ ਪੀਸਫੁਲ ਹੈ। ਨੌਜਵਾਨਾਂ ਨੂੰ ਮੈਂ ਜਦੋਂ ਉੱਠ ਕੇ ਸਟੇਜ ਤੋਂ ਅਪੀਲ ਕਰਦਾ, ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੁੰਦੀ ਹੈ। ਮੇਰੇ ਕਹਿਣ ਤੇ ਬਾਅਦ ਮੈਂ ਇਸ ਗੱਲ 'ਚ ਮੈਨੂੰ ਬਹੁਤ ਖੁਸ਼ੀ ਹੈ, ਬਹੁਤ ਤਸੱਲੀ ਹੈ। ਇਸ ਅੰਦੋਲਨ ਨੇ 2-3 ਚੀਜ਼ਾਂ ਬਹੁਤ ਨਿਵੇਕਲੀਆਂ ਕੀਤੀਆਂ ਨੇ। ਸੋਸ਼ਲ ਮੀਡੀਆ ਦੇ ਕਮੈਂਟਾਂ ਨੂੰ ਕਿਵੇਂ ਵੇਖੇ? ਨਹੀਂ, ਮੈਂ ਉਹ ਸੋਸ਼ਲ ਮੀਡੀਆ ਤੇ ਬੜਾ ਕੁਝ ਹੁੰਦਾ, ਉਹਦੀ ਨਹੀਂ ਮੈਂ ਗੱਲ ਕਰਦਾ, ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ। ਮੈਨੂੰ ਇਸ ਗੱਲ ਦੀ ਏਡੀ ਤਸੱਲੀ ਹੈ ਵੀ ਜਿਹੜੇ ਨੌਜਵਾਨ ਨੂੰ ਹੁਣ ਤੱਕ ਕਿਤੇ ਪੋਲੀਟੀਕਲ ਬਦਨਾਮ ਕਰਦੇ ਰਹੇ ਵੀ ਇਹ ਤਾਂ ਨਸ਼ੇੜੀ ਨੇ ਜੀ, ਇਹ ਤਾਂ ਪਤਾ ਨਹੀਂ ਕੀ ਕੁਛ ਨੇ, ਉਹ ਨੌਜਵਾਨ ਜਦੋਂ ਮੈਂ ਸਟੇਜ ਤੇ ਉਹਨਾਂ ਨੂੰ ਅਪੀਲ ਕਰਕੇ ਉਤਰਦਾ, ਮੈਨੂੰ ਰਸਤੇ 'ਚ ਮਿਲਦੇ ਨੇ। ਕਿਸੇ ਨੇ ਝਾੜੂ ਫੜਿਆ ਸਫਾਈ ਕਰਨ ਨੂੰ, ਕੋਈ ਟ੍ਰੈਫਿਕ ਕੰਟਰੋਲ ਕਰ ਰਿਹਾ, ਕੋਈ ਲੰਗਰ 'ਚ ਸੇਵਾ ਕਰ ਰਿਹਾ। ਮੈਂ ਉਹਨਾਂ ਨੂੰ ਬਾਰ-ਬਾਰ ਸ਼ਾਬਾਸ਼ ਦਿੰਦਾ ਵੀ ਤੁਸੀਂ ਆਪਣਾ ਇੱਕ ਕਲੰਕ ਧੋਤਾ। ਰਾਸ਼ਟਰਪਤੀ ਦਾ ਕੱਲ ਭਾਸ਼ਣ ਹੋਇਆ ਹੈਗਾ ਪਾਰਲੀਮੈਂਟ ਦੇ ਵਿੱਚ, ਤੇ ਕਿਸਾਨ ਅੰਦੋਲਨ ਬਾਰੇ ਉਹਨਾਂ ਨੇ ਨਹੀਂ ਬੋਲੇ, ਲੇਕਿਨ ਇਹ ਕਹਿੰਦਾ ਕਿ ਜਿਹੜੀਆਂ ਲਾਅ ਹੈਗੇ ਨੇ ਉਹ ਪੂਰੀ ਤਰ੍ਹਾਂ ਠੀਕ ਹੈਗੇ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਨੇ। MSP ਅਸੀਂ ਦੇ ਚੁੱਕੇ ਹਾਂ। ਸਾਡੇ ਰਾਸ਼ਟਰਪਤੀ ਨੂੰ ਜੋ ਕੁਝ ਲਿਖ ਕੇ ਦੇ ਦਿੰਦੀ ਹੈ ਸਰਕਾਰ, ਉਹਨੇ ਤਾਂ ਪੜ੍ਹਨਾ ਹੁੰਦਾ ਹੈ, ਤੇ ਉਹ ਆਪ ਤਾਂ ਵਿਚਾਰੇ ਲਿਖਦੇ ਨਹੀਂ। ਰਾਜਾ ਜੀ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਸ਼ੇਖ ਮੁਜੀਬ ਰਾਜਾ ਨਾਮ ਦੱਸਿਆ ਜਾ ਰਿਹਾ ਉਹਦਾ। ਉਹ ਕਹਿ ਰਹੇ ਕਿ ਸਾਨੂੰ ਧੱਕੇ ਨਾਲ ਬੁਲਵਾਇਆ ਗਿਆ, ਉੱਥੇ ਜਾ ਕੇ ਕਿਸਾਨਾਂ ਦੇ ਖਿਲਾਫ ਸਾਡੇ ਤੋਂ ਧੱਕੇ ਨਾਲ ਬੁਲਵਾਇਆ ਗਿਆ। ਕੀ ਮੋਰਚਾ ਉਸ ਚੀਜ਼ ਨੂੰ ਲੈ ਕੇ ਕੋਈ ਨੋਟਿਸ ਜਾਰੀ ਕਰ ਰਿਹਾ ਜਾਂ ਕੋਈ ਉੱਥੇ ਸੋਚ ਵਿਚਾਰ ਹੋ ਰਹੀ ਹੈ? ਇਹ ਤੁਸੀਂ ਸਾਰੇ ਦੇਖੋ, ਤੁਹਾਡਾ ਕੰਮ ਵੀ ਤਾਂ ਇਹੀ ਹੈ। ਨਹੀਂ, ਉਹਦਾ ਕਹਿ ਰਹੇ ਕਿ ਉਹ ਸਾਡੇ ਤੋਂ ਧੱਕੇ ਨਾਲ ਬੁਲਵਾਇਆ ਗਿਆ। ਕੀ ਇਹ ਫਿਰ ਸਮਾਜ ਦੇਖੇ, ਅਸੀਂ ਸਾਨੂੰ ਆਪਣਾ ਕੰਮ ਕਰ ਲੈਣ ਦਿਓ, ਹਾਲੇ ਇਹਨੂੰ ਪੀਸਫੁਲ ਰੱਖ ਕੇ ਅੰਦੋਲਨ ਨੂੰ ਅੱਗੇ ਵਧਣ ਦਿਓ। ਦੇਖੋ ਜੀ, ਇੱਕ ਵਾਰੀ ਸਾਰਿਆਂ ਨੂੰ ਝਟਕਾ ਲੱਗਿਆ ਬਹੁਤ, ਅਸੀਂ ਸਾਰੇ ਇੱਕ ਤਰ੍ਹਾਂ ਸਦਮੇ 'ਚ ਸੀ, ਕਿਉਂਕਿ ਜਿਹੜਾ ਕਦੇ ਸੋਚਿਆ ਨਹੀਂ। ਲਾਲ ਕਿਲ੍ਹਾ ਦੇਸ਼ ਦੀ ਸ਼ਾਨ ਹੈ, ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ, ਜਿਹੜੇ ਲੋਕ ਇੱਧਰੋਂ ਉੱਧਰੋਂ ਬਿਆਨ ਆਉਂਦੇ ਸੀ ਵੀ ਅਸੀਂ ਲਾਲ ਕਿਲ੍ਹੇ ਤੇ ਜਾਵਾਂਗੇ, ਅਸੀਂ ਪਾਰਲੀਮੈਂਟ ਜਾਵਾਂਗੇ, ਅਸੀਂ ਫਲਾਣੇ ਤੋਂ ਜਾਵਾਂਗੇ, ਅਸੀਂ ਉਚੇਚੇ ਤੌਰ ਤੇ ਬਾਰ-ਬਾਰ ਕਹਿੰਦੇ ਰਹੇ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਲਾਲ ਕਿਲ੍ਹੇ ਤੇ ਜਾਣ ਦਾ, ਸਾਡਾ ਕੋਈ ਪ੍ਰੋਗਰਾਮ ਨਹੀਂ ਪਾਰਲੀਮੈਂਟ ਵਿੱਚ ਜਾਣ ਦਾ, ਸਾਡਾ ਪ੍ਰੋਗਰਾਮ ਪੀਸਫੁਲ ਅੰਦੋਲਨ ਹੈ। ਅਸੀਂ ਜਿਹੜੇ ਰੂਟ ਦੇ ਦਿੱਤੇ ਅਸੀਂ ਉੱਥੇ ਹੀ ਜਾਵਾਂਗੇ। ਤੇ ਲੇਕਿਨ ਫਿਰ ਵੀ ਜੋ ਕੁਝ ਵਾਪਰਿਆ ਉਹਦੇ ਨਾਲ ਕੁਦਰਤੀ ਹੈ, ਝਟਕਾ ਤਾਂ ਲੱਗਣਾ ਸੀ, ਪਰ ਉਹ ਸਾਰਾ ਉਹਦਾ ਅਸਰ 1-1.5 ਦਿਨ ਰਿਹਾ। ਉਹਦੇ ਬਾਅਦ ਜਦੋਂ ਦੁਬਾਰਾ ਲੋਕਾਂ ਨੇ ਮੋੜਾ ਪਾਇਆ, ਹੁਣ ਉੱਥੇ ਫਿਰ ਉਹੀ ਪਹਿਲੇ ਵਾਲੀ ਸਥਿਤੀ ਬਹਾਲ ਹੋ ਗਈ। ਔਰ ਮੈਨੂੰ ਲੱਗਦਾ ਹੈ ਬਈ 2 ਤਰੀਕ ਤੱਕ ਸਥਿਤੀ ਐਸੀ ਹੋ ਜਾਏਗੀ, ਜਿੰਨੇ ਲੋਕ ਪਹਿਲਾਂ ਗਏ ਨੇ ਸ਼ਾਇਦ ਉਦੋਂ ਕਈ ਗੁਣਾ ਵੱਧ ਉੱਥੇ ਪਹੁੰਚ ਜਾਣਗੇ। ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕੀ ਅਪੀਲ ਕਰੇਗੀ? ਉਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਕੀ ਐਸਟੀਮੇਟ ਹੋਊਗਾ ਉਹਦਾ? ਕੀ ਦੇਖੋ ਜੀ, ਪੰਜਾਬ ਔਰ ਹਰਿਆਣੇ ਦੇ ਲੋਕ ਜਿਹੜੇ ਨੇ ਦੋਵੇਂ ਭਰਾ ਨੇ। ਪੰਜਾਬ, ਹਰਿਆਣਾ, ਹਿਮਾਚਲ ਕਿਸੇ ਵੇਲੇ ਇੱਕੋ ਪੰਜਾਬ ਰਿਹਾ ਆਜ਼ਾਦੀ ਤੋਂ ਬਾਅਦ। ਸਾਡੀ ਕਲਚਰ ਮਿਲਦੀ ਹੈ, ਸਾਡੀਆਂ ਬਹੁਤ ਸਾਰੀਆਂ ਸਾਂਝਾਂ ਨੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ, ਹਰਿਆਣੇ ਵਾਲਿਆਂ ਨੂੰ ਖਾਸ ਤੌਰ ਤੇ, ਉਹ ਨੇੜੇ ਬੈਠੇ ਨੇ, ਜਿਸ ਤਰ੍ਹਾਂ ਉੱਥੇ ਦੁੱਧ ਵਗੈਰਾ ਰਾਸ਼ਨ ਨੂੰ ਪਹੁੰਚਾਉਂਦੇ ਨੇ ਹਰਿਆਣੇ ਵਾਲੇ ਹਰ ਰੋਜ਼, ਇੱਥੋਂ ਜਾਂਦਾ ਪੰਜਾਬ ਚੋਂ ਵੀ, ਪਰ ਪੰਜਾਬ ਚੋਂ ਜਿਹੜਾ ਰਾਸ਼ਨ ਜਾਂਦਾ ਉਹ ਉਹਨਾਂ ਨਹੀਂ ਜਿੰਨਾ ਹਰਿਆਣੇ ਚੋਂ ਜਾਂ ਉਧਰ ਗਾਜ਼ੀਪੁਰ ਬਾਰਡਰ ਤੇ ਯੂਪੀ ਵੱਲੋਂ ਆਉਂਦਾ ਹੈ। ਜਿਹੜੇ ਲੋਕਲ ਲੋਕ ਦਿੰਦੇ ਨੇ ਉਹਨਾਂ ਲਈ ਧੰਨਵਾਦੀ ਹਾਂ, ਪਰ ਨਾਲ ਹੀ ਅਪੀਲ ਉਹਨਾਂ ਨੂੰ ਇਹ ਹੈ ਬਈ ਉਹ ਮੋਹਰੀ ਹੋ ਕੇ ਆਪਣਾ ਰੋਲ ਨਿਭਾਉਣ ਔਰ ਸ਼ਾਂਤਮਈ ਰਹਿਣ ਵਾਸਤੇ ਥਾਂ ਥਾਂ ਅਪੀਲ ਕਰਨ। ਉਹ ਵੀਡੀਓ ਉਹ ਜਦੋਂ ਅਸੀਂ ਦੁਬਾਰਾ ਕੋਈ ਅਨਾਉਂਸ ਕਰਾਂਗੇ ਬਕਾਇਦਾ ਤੁਹਾਨੂੰ ਦੱਸਾਂਗੇ। ਔਰ ਨਹੀਂ, ਉਹ ਰੋਜ਼ ਜੋ ਕੁਝ ਅਸੀਂ ਮੀਟਿੰਗ ਡਿਸਕਸ ਕਰਦੇ ਹਾਂ, ਰੋਜ਼ ਪੀਸੀ ਕਰਕੇ ਅਸੀਂ ਡਿਕਲੇਅਰ ਕਰਦੇ ਹਾਂ।
ਰਾਜੇਵਾਲ ਸਾਹਿਬ, ਹਰਿਆਣਾ ਸਰਕਾਰ ਨੇ ਸਾਰੇ ਟੋਲ ਦੁਬਾਰਾ ਬਹਾਲ ਕਰਨ ਦੀ ਜਿਹੜੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਕਈ ਟੋਲ ਸ਼ੁਰੂ ਵੀ ਕਰਾ ਦਿੱਤੇ ਹੈ। ਕੀ ਦੁਬਾਰਾ ਕਿਸਾਨ ਉੱਥੇ ਜਾ ਕੇ ਬੈਠਣਗੇ, ਟੋਲ ਫ੍ਰੀ ਕਰਾਉਣਗੇ ਲੋਕ? ਉਹ ਹਰਿਆਣੇ ਵਾਲੇ ਫੈਸਲਾ ਲੈਣਗੇ, ਪਰ ਮੈਂ ਰਾਤੀ ਆਇਆ, ਮੈਨੂੰ ਕਿਤੇ ਟੋਲ ਨਹੀਂ ਲੱਗਿਆ। ਹੋ ਗਏ ਫ੍ਰੀ ਹੋ ਗਏ ਮੈਂ ਰਾਤੀ ਆਇਆ, ਕਿਤੇ ਟੋਲ ਨਹੀਂ ਲੱਗਿਆ। ਸਾਰੇ ਫ੍ਰੀ ਹੋ ਗਏ ਸਾਰੇ free। ਸਾਰੇ ਫ੍ਰੀ। ਇਸ ਜਿਹੜਾ ਅੰਦੋਲਨ ਨੂੰ ਕਵਰ ਕਰ ਰਿਹਾ ਜਿੱਥੇ ਤੁਹਾਡੇ ਤੇ ਕੇਸ ਦਰਜ ਕੀਤੇ ਗਏ 6 ਪੱਤਰਕਾਰਾਂ ਦੇ ਉੱਪਰ ਵੀ ਦਿੱਲੀ ਦੇ ਕੇਸ ਦਰਜ ਕੀਤੇ, ਉਹਦੇ ਬਾਰੇ ਤੁਹਾਡਾ ਕਹਿਣਾ? ਬਹੁਤ ਵੈਲਿਡ ਕੁਐਸਚਨ ਹੈ। ਜਦੋਂ ਗੱਲਬਾਤ ਹੋਏਗੀ ਤਾਂ ਪੱਤਰਕਾਰਾਂ ਦੇ ਕੇਸਿਸ ਦੀ, ਸਾਰੇ ਕੇਸਿਸ ਦੀ, ਇਕੱਲੇ ਪੱਤਰਕਾਰਾਂ ਦੇ ਨਹੀਂ, ਜਿਹੜੇ ਇਸ ਅੰਦੋਲਨ ਨਾਲ ਸੰਬੰਧਿਤ ਕੇਸਿਸ ਨੇ, ਉਹਨਾਂ ਸਾਰਿਆਂ ਦੀ ਸਰਕਾਰ ਨਾਲ ਗੱਲਬਾਤ ਕਰਾਂਗੇ। ਠੀਕ ਹੈ ਜੀ। ਮੇਰੀ ਫੇਰ ਇੱਕ ਵਾਰ ਅਪੀਲ ਹੈ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ, ਯੂਪੀ ਦੇ ਕਿਸਾਨਾਂ ਨੂੰ ਵੱਧ ਚੜ ਕੇ ਆਓ, ਪਰ ਸ਼ਾਂਤਮਈ ਰਹਿਣ ਦਾ ਸਹੁੰ ਖਾ ਕੇ ਹੀ ਆਓ। ਤੁਹਾਡਾ ਅੰਦੋਲਨ ਇਹਨੂੰ ਕੋਈ ਖਰਾਬ ਨਾ ਕਰ ਸਕੇ।